ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੁਰਮਤਿ ਵੈਦਿਕ ਪ੍ਰਣਾਲੀ ਚੈਨਲ ਤੇ ਰਾਗ ਆਸਾ ਵਿੱਚ ਜੋ ਵਾਰ ਦਰਜ ਹੈ ਉਸ ਦੀ 19ਵੀਂ ਪੌੜੀ ਦੀ ਵਿਚਾਰ ਕਰ ਰਹੇ ਸਾਂ। 19ਵੀਂ ਪੌੜੀ ਦੇ ਵਿੱਚ ਸ਼ਲੋਕ ਹਨ, 2 ਸ਼ਲੋਕ ਹਨ। ਜੋ ਦੂਸਰਾ ਸ਼ਲੋਕ ਹੈ ਉਸ ਦੀ ਆਪਾਂ 3 ਕਿਸ਼ਤਾਂ ਦੀ ਵਿਚਾਰ ਕਰ ਚੁੱਕੇ ਹਾਂ। ਅੱਜ ਆਪਾਂ ਉਸ ਦੀ ਚੌਥੀ ਕਿਸ਼ਤ ਦੀ ਜੋ ਵਿਚਾਰ ਹੈ ਉਹ ਕਰਾਂਗੇ। ਉਹ ਪਹਿਲੀ 3 ਕਿਸ਼ਤਾਂ ਵਿੱਚ ਭੰਡ ਜੰਮੀਏ ਭੰਡ ਨਿੰਮੀਏ ਭੰਡ ਮੰਗਣ ਵਿਆਹ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹ, ਭੰਡ ਮੂਆ ਭੰਡ ਭਾਲੀਏ, ਭੰਡ ਹੋਵੇ ਬੰਧਾਨ। ਇੱਥੇ ਤੱਕ ਆਪਾਂ ਵਿਚਾਰ ਕਰ ਚੁੱਕੇ ਹਾਂ। ਅੱਜ ਦੀ ਵਿਚਾਰ ਜੋ ਹੈ ਉਹ ਸੋ ਕਿਉ ਮੰਦਾ ਆਖੀ ਹੈ ਜਿਤ ਜੰਮੈ ਰਾਜਾਨ, ਇਸ ਪੰਕਤੀ ਦੇ ਬਾਰੇ ਹੋਏਗੀ। ਤੇ ਉਸ ਤੋਂ ਪਹਿਲਾਂ ਜੋ ਆਪਾਂ ਕੀਤਾ ਹੈ ਪਿਛਲੀ ਪੰਕਤੀ ਦਾ ਸਾਰ ਆਪਾਂ ਲੈ ਲੈਂਦੇ ਹਾਂ। ਭੰਡ ਮੂਆ ਭੰਡ ਭਾਲੀਏ ਕਿ ਇਹਨਾਂ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਜੋ ਸਿਹਾਰੀ ਦੀ ਮਾਤਰਾ ਆਪਾਂ ਲਾਈ ਹੈ ਉਹ ਕਿਸੇ ਨੇਮ ਦੇ ਅਧੀਨ ਆਪਾਂ ਲਾਈ ਹੈ ਕਿ ਜਿੱਥੇ ਲਿਖਤ ਹੈ ਉੱਥੇ ਔਂਕੜ ਲੱਗਿਆ ਹੈ ਭੰਡ ਤੇ ਇੱਥੇ ਵੀ ਔਂਕੜ ਹੈ, ਭੰਡ ਭਾਲੀਏ ਤੇ ਵੀ ਔਂਕੜ ਹੈ, ਭੰਡ ਹੋਵੇ ਬੰਧਾਨ ਜੋ ਹੈ ਉੱਥੇ ਸਿਹਾਰੀ ਹੈ। ਸੋ ਇਹ ਆਪਾਂ ਜੋ ਨੇਮ ਗੁਰਬਾਣੀ ਚੋਂ ਜਦੋਂ ਅਰਥਾਵਾਂਗੇ ਤੇ ਇੱਥੇ ਸਿਹਾਰੀ ਲੱਗਣੀ ਜ਼ਰੂਰੀ ਹੋ ਜਾਂਦੀ ਹੈ। ਉਸ ਦੀ ਆਪਾਂ ਵਿਚਾਰ ਕਰ ਵੀ ਚੁੱਕੇ ਹਾਂ ਤੇ ਉਹਦਾ ਵਿਸਤਾਰ ਆਪਾਂ ਨਾਲ ਨਾਲ ਹੋਰ ਵੀ ਕਰਦੇ ਰਹਾਂਗੇ। ਇਹ ਜੋ ਅਰਥ ਹਨ ਜੋ ਆਪਾਂ ਟੀਕਿਆਂ ਚੋਂ ਪੜ੍ਹਦੇ ਹਾਂ ਕਿ ਜੇ ਇਸਤਰੀ ਮਰ ਜਾਏ ਤਾਂ ਹੋਰ ਇਸਤਰੀ ਦੀ ਭਾਲ ਕਰੀਦੀ ਹੈ, ਇਸਤਰੀ ਤੋਂ ਹੀ ਹੋਰਨਾਂ ਇਸਤਰੀਆਂ ਦੀ ਹੋਰਨਾਂ ਨਾਲ ਰਿਸ਼ਤੇਦਾਰੀ ਬਣਦੀ ਹੈ। ਸੋ ਇਹ ਬੰਧਾਨ ਦਾ ਜੋ ਅਰਥ ਹੈ ਉਹ ਰਿਸ਼ਤੇਦਾਰੀ ਕੀਤਾ ਹੈ, ਦੁਨਿਆਵੀ ਰਿਸ਼ਤੇਦਾਰੀ ਦੀ ਗੱਲ ਹੋ ਰਹੀ ਹੈ। ਇਹ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਲਿਖਿਆ ਹੈ। जो नीचे है जब एक स्त्री के शरीर का भाव हुआ है, ਇਹ ਤੋਂ ਆਪਾਂ ਨੂੰ ਅੰਦਾਜ਼ਾ ਲੱਗ ਜਾਂਦਾ ਹੈ ਕਿ ਇਹ ਜੋ ਟੀਕਾਕਾਰੀ ਦੀ ਭਾਸ਼ਾ ਹੈ ਇਹ ਜੋ ਫਰੀਦਕੋਟ ਵਾਲਾ ਟੀਕਾ ਹੈ ਉਸ ਵਿੱਚ ਹੈ। ਉਹਨਾਂ ਨੇ ਵੀ यही किया है कि स्त्रियों ही से सब लाग्यों को बंधान लाग होते हैं। ਜੇ ਆਪਾਂ ਕਾਹਨ ਸਿੰਘ ਜੀ ਨਾਭਾ ਜੀ ਦਾ ਮਹਾਨ ਕੋਸ਼ ਚੋਂ ਇਹ ਅਰਥ ਲੱਭੀਏ ਬੰਧਾਨ ਦੇ ਤਾਂ ਉਹਨਾਂ ਨੇ ਬੰਨਿਆ ਹੋਇਆ ਨਿਯਮ ਦੱਸੇ ਨੇ ਆਪਾਂ ਨੂੰ। ਇਹ ਅਰਥ ਬਹੁਤ ਢੁਕਵੇਂ ਨੇ ਕਿਉਂਕਿ ਗੁਰਬਾਣੀ ਚੋਂ ਇਹ ਅਰਥ ਜ਼ਿਆਦਾ ਸਪਸ਼ਟ ਹੁੰਦੇ ਨੇ ਤਾਂ ਕਿ ਨਾ ਕਿ ਜੋ ਆਪਾਂ ਕਹਿੰਦੇ ਹਾਂ ਕਿ ਔਰਤ ਦੇ ਨਾਲ ਰਿਸ਼ਤਾ ਹੁੰਦਾ ਹੈ ਫਿਰ ਅੱਗੇ ਰਿਸ਼ਤੇਦਾਰੀ ਵੱਧਦੀ ਹੈ। ਇਹ ਕੋਈ ਨਿਯਮ ਦੀ ਗੱਲ ਹੋ ਰਹੀ ਹੈ। ਸੋ ਆਪਾਂ ਜੋ ਹੁਣ ਤੱਕ ਕੀਤਾ ਹੈ ਉਹ ਇਸ ਆਧਾਰ ਤੇ ਅਰਥ ਕੀਤਾ ਹੈ ਭੰਡ ਮੂਆ ਕਿ ਜੇ ਆਪਾਂ ਪੰਕਤੀ ਨੂੰ ਆਧਾਰ ਬਣਾਈਏ ਵਿੱਚੋਂ ਆਪ ਮੂਆ ਤਿੱਥੇ ਮੋਹ ਨਾ ਮਾਇਆ, ਉਹ ਕਿਹੜੀ ਜਗ੍ਹਾ ਹੈ ਜਿੱਥੇ ਮੋਹ ਤੇ ਮਾਇਆ ਜਾ ਕੇ ਜੀਵ ਦੀ ਘਟਦੀ ਹੈ ਜਾਂ ਮੋਹ ਮਾਇਆ ਦਾ ਤਿਆਗ ਕਰਦਾ ਹੈ, ਉਹ ਇਹਦੇ ਹਿਰਦੇ ਵਿੱਚ ਜਾ ਕੇ ਹੀ ਹੁੰਦਾ ਹੈ। ਸੋ ਹਿਰਦੇ ਵਿੱਚ ਜਾ ਕੇ ਹੀ ਮੋਹ ਮਾਇਆ ਜੋ ਹੈ ਉਹ ਤਿਆਗੀ ਜਾਂਦੀ ਹੈ, ਨਾ ਕਿ ਕੋਈ ਜੋ ਫਿਜ਼ੀਕਲ ਡੈਥ ਦੀ ਗੱਲ ਹੋਈ ਸੀ। ਕਿਉਂਕਿ ਆਪਾਂ ਇਹ ਸਾਰੀ ਪੌੜੀ ਨੂੰ ਆਤਮਿਕ ਤੌਰ ਤੇ ਅਰਥਾ ਰਹੇ ਹਾਂ, ਉੱਥੇ ਕਿਸੇ ਜਾਤ ਦੇ ਪੱਧਰ ਤੇ ਅਰਥਾਈ ਗਈ ਸੀ, ਆਪਾਂ ਇਹਨੂੰ ਜੋਤ ਦੇ ਪੱਧਰ ਤੇ ਅਰਥਾਉਣ ਦਾ ਉਪਰਾਲਾ ਕਰ ਰਹੇ ਹਾਂ। ਸੋ ਭੰਡ ਭਾਲੀ ਹੈ ਵੀ ਇਹੀ ਹੈ ਕਿ ਜਦੋਂ ਸੱਚੜਾ ਦੁੱਗਣਾ ਭਾਲੀਏ, ਜਦੋਂ ਮੋਹ ਔਰ ਮਾਇਆ ਦਾ ਲਗਾਓ ਛੁੱਟਦਾ ਹੈ ਫਿਰ ਆਪਣਾ ਮੂਲ ਜੋ ਹੈ ਉਹਦਾ ਦਰਸ਼ਨ ਹੋ ਜਾਂਦਾ ਹੈ, ਉਹਦੇ ਨਾਲ ਸਾਂਝ ਪੈਂਦੀ ਹੈ, ਉਹੀ ਤਾਂ ਸੱਚੜਾ ਹੈ। ਉਹਦੇ ਬਾਰੇ ਹੀ ਪੜ੍ਹਾਂਸ ਮਹੱਲਾ ਪਹਿਲਾ ਗੁਰੂ ਨਾਨਕ ਜੀ ਦੱਸਦੇ ਕਿ ਸੱਚੜਾ ਦੂਰ ਨਾ ਭਾਲੀਏ, ਘਟ ਘਟ ਸ਼ਬਦ ਪਛਾਣੋ ਵਾ। ਇਹ ਉਪਦੇਸ਼ ਦੀ ਲੋੜ ਹੈ। ਜੇ ਗੁਰਮਤਿ ਦਾ ਉਪਦੇਸ਼ ਹੈ ਤਾਂ ਹਿਰਦੇ ਵਿੱਚ ਸ਼ਬਦ ਪ੍ਰਗਟ ਹੋ ਜਾਂਦਾ ਹੈ। ਸੱਚੜਾ ਸਾਡੇ ਨਾਲ ਹੀ ਹੈ। ਪਹਿਲਾਂ ਅਸੀਂ ਆਪਣੇ ਮੂਲ 'ਚ ਸਮਾਉਣਾ ਹੈ, ਮੂਲ ਨੇ ਅੱਗੇ ਫਿਰ ਭੰਡ ਹੋਵੇ ਬੰਧਾਨ, ਉਸ ਅਵਸਥਾ ਜਾ ਕੇ ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਜਰਾ, ਉਹ ਅਵਸਥਾ ਪ੍ਰਾਪਤ ਕਰਨੀ ਹੈ। ਹੁਣ ਆਪਣੇ ਕੋਲ ਇੱਕ ਹੋਰ ਵੀ ਪ੍ਰਮਾਣ ਹੈ ਜਿੱਥੇ ਕਿ ਆਪਾਂ ਭੰਡ ਜਿਹੜਾ ਔਂਕੜ ਵਾਲਾ ਹੈ
ਉਹਨੂੰ ਆਪਾਂ ਕਹਿੰਦੇ ਆ ਕਿ ਇਸ ਦੀ ਜਗ੍ਹਾ ਭੰਡ ਆਪਾਂ ਨੂੰ ਸਿਹਾਰੀ ਵਾਲਾ ਚਾਹੀਦਾ ਹੈ। ਇੱਕ ਹੋਰ ਆਪਾਂ ਸ਼ਬਦ ਲੈਂਦੇ ਆ, ਇਹ ਹੈ ਸ਼ਬਦ ਮਤ। ਮਤ ਇੱਕ ਤਾਂ ਹੈ ਨਿਸ਼ੇਧ ਬੋਧਕ ਕਿ ਇਹ ਕੰਮ ਮਤ ਕਰੋ, ਉਹ ਹਿੰਦੀ ਚੋਂ ਆਉਂਦਾ ਹੈ। ਤੇ ਉਹਦੇ ਨਾਲ ਇੱਕ ਮਤ ਸ਼ਬਦ ਸਿਹਾਰੀ ਨਾਲ ਵੀ ਲਿਖਿਆ ਮਿਲਦਾ ਹੈ। ਉਹਦਾ ਜੋ ਅਰਥ ਹੈ ਉਹ ਬੁੱਧੀ ਹੈ, ਅਕਲ ਹੈ। ਇਹ ਜੋ ਵਿੱਚ ਮਤ ਮੁਕਤਾ ਹੈ, ਇਹਦੇ ਜੋ ਅਰਥ ਹਨ ਉਹ ਮਸਤ ਦੇ ਵੀ ਆਉਂਦੇ ਹਨ। ਇਸ ਦੀ ਜੋ ਪ੍ਰੌੜਤਾ ਹੈ ਉਹ 2 ਮਈ ਨੂੰ ਦਾਸ ਨੇ ਬੇਦੰਤੀ ਜੀ ਨਾਲ ਗੱਲ ਕਰਕੇ ਕੀਤੀ ਸੀ। ਤੇ ਉਸ ਪ੍ਰਤੀ ਵੀ ਆਪਾਂ ਜੋ ਹੋਰ ਕੋਈ ਉਹਨਾਂ ਨਾਲ ਮੇਰੀ 10 ਮਿੰਟ ਦੀ ਗੱਲਬਾਤ ਹੋਈ ਸੀ, ਉਹਦੇ ਬਾਰੇ ਵੀ ਆਪਾਂ ਵਿਸਤਾਰ ਕਰਾਂਗੇ। ਪਰ ਬੰਧਾਨ ਦੇ ਜੋ ਅਰਥ ਹਨ ਉਹ ਗੁਰਬਾਣੀ ਚੋਂ ਆਪਾਂ ਦੇਖ ਲੈਂਦੇ ਹਾਂ। ਆਪੇ ਪਤ ਰਾਖੀ ਸੇਵਕ ਕੀ, ਆਪ ਕੀਓ ਬੰਧਾਨ। ਇਹ ਸੇਵਕ ਦੀ ਗੱਲ ਹੋ ਰਹੀ ਹੈ ਇੱਥੇ, ਕਿਸੇ ਔਰਤ ਦੀ ਜਾਂ ਕਿਸੇ ਜਾਤ ਦੀ ਗੱਲ ਨਹੀਂ ਹੋ ਰਹੀ, ਇਹ ਜੋਤ ਦੀ ਪੱਧਰ ਤੇ ਗੱਲ ਹੋ ਰਹੀ ਹੈ। ਸੋ ਬੰਧਾਨ ਜੋ ਹੈ ਉਹ ਹੈ ਕਿ ਉਸਨੂੰ ਉਸ ਨੇਮ ਵਿੱਚ ਸ਼ਬਦ ਸੁਰਤ ਦਾ ਮੇਲ ਹੋ ਚੁੱਕਿਆ ਹੈ। ਮਿਲ ਨਾਰੀ ਸਤ ਸੰਗਤ ਮੰਗਲ ਗਾਵਿਆ, ਘਰ ਕਾ ਹੋਆ ਬੰਧਾਨ ਬਹੁੜ ਨਾ ਧਾਵਿਆ। ਇਹ ਹੁਣ ਉਹ ਅਵਸਥਾ ਹੈ ਜਿੱਥੇ ਘਰ ਬੰਨਿਆ ਗਿਆ ਹੈ ਤੇ ਦੁਬਾਰਾ ਜਨਮ ਮਰਨ ਜੋ ਹੈ ਉਹ ਨਹੀਂ ਹੋਏਗਾ। ਜਦਕਿ ਅਰਥ ਕੀਤੇ ਜਾਂਦੇ ਹੈ ਭੰਡ ਮੋਹ ਭੰਡ ਭਾਲੀਏ, ਭੰਡ ਹੋਵੇ ਬੰਧਾਨ। ਵੀ ਭੰਡ ਦੇ ਥਰੂ ਰਿਸ਼ਤੇਦਾਰੀ ਵੱਧਦੀ ਹੈ। ਇੱਥੇ ਲਿਖਿਆ ਬੰਧਾਨ ਜੋ ਹੈ ਉਹ ਅਵਸਥਾ ਹੈ ਜਿੱਥੋਂ ਕਿ ਦੁਬਾਰਾ 4 ਪਦਾਰਥਾਂ ਦੀ ਪ੍ਰਾਪਤੀ ਹੈ, ਦੁਬਾਰਾ ਮਾਇਆ ਵਿੱਚ ਜਨਮ ਨਹੀਂ ਹੁੰਦਾ। ਕਹੋ ਨਾਨਕ ਨਿਹਚਲ ਕਰ ਬੰਧਿਓ, ਗੁਰ ਕੀ ਬੰਧਾਨੀ। ਇਹ ਜੋ ਆਤਮ ਗਿਆਨ ਹੈ ਉਸ ਪੱਧਰ ਦੀ ਗੱਲ ਹੈ। ਆਤਮ ਗਿਆਨ ਦੇ ਨਾਲ ਹੀ ਨਿਹਚਲ ਘਰ ਬੰਨਿਆ ਜਾਂਦਾ ਹੈ। ਤੇ ਆਤਮ ਗਿਆਨੀ ਜੋ ਹੁੰਦੇ ਹਨ, ਗਿਆਨ ਜੋ ਹੈ ਉਹ ਜੜ ਹੈ, ਪਰ ਆਤਮ ਗਿਆਨੀ ਜੋ ਹੈ ਉਹ ਚੇਤਨ ਹੈ। ਉਹਦੇ ਬਾਰੇ ਗੁਰਬਾਣੀ ਨੇ ਦੱਸਿਆ, ਬ੍ਰਹਮ ਗਿਆਨੀ ਕੈ ਨਾਹੀ ਧੰਦਾ। ਜੋ ਧਰਮ ਨੂੰ ਧੰਦਾ ਨਹੀਂ ਮੰਨਦੇ, ਧਰਮ ਨੂੰ ਧਰਮ ਮੰਨਦੇ ਨੇ, ਉਹ ਫਿਰ ਬ੍ਰਹਮ ਗਿਆਨੀ ਲੈ ਧਾਵਤ ਬੰਦਾ। ਉਹ ਆਪਣੇ ਜਿਹੜੇ ਮਾਇਆ ਦੇ ਬੰਧਨ ਨੇ ਉਹਨਾਂ ਨੂੰ ਤੋੜ ਲੈਂਦਾ ਹੈ। ਤੇ ਸਿਰਫ ਉਹਨਾਂ ਦਾ ਹੀ ਵਿਸ਼ਾ ਹੈ। ਆਪਾਂ ਹੁਣ ਜੋ ਮੇਰੀ ਬੇਨਤੀ ਜੀ ਨਾਲ ਕਾਫੀ ਸਾਂਝ ਸੀ, ਪਰ ਹੁਣ ਕਾਫੀ ਚਿਰ ਤੋਂ ਗੱਲ ਨਹੀਂ ਸੀ ਹੋਈ। ਤੇ ਗੱਲ ਸਿਰਫ 2 ਮਈ ਨੂੰ ਹੋਈ ਸੀ ਤੇ 15 ਮਈ ਨੂੰ ਇਹ ਖਬਰ ਆ ਜਾਂਦੀ ਹੈ ਕਿ ਉਹਨਾਂ ਨੇ ਆਪਣਾ ਜੋ ਸਰੀਰਿਕ ਹੈ ਚੋਲਾ ਹੈ ਉਹ ਤਿਆਗ ਦਿੱਤਾ ਹੈ। ਉਹ ਇਸ ਪ੍ਰਤੀ ਮੈਂ ਉਹਨਾਂ ਨਾਲ ਅਜੇ ਗੱਲ ਸਾਂਝੀ ਕਰਨੀ ਸੀ। ਜੋ ਹੋਰ ਗੱਲਾਂ ਸਾਂਝੀਆਂ ਹੋਈਆਂ ਸਨ ਉਹਨਾਂ ਦਾ ਵੀ ਆਪਾਂ ਹੁਣ ਵਿਸਤਾਰ ਕਰਾਂਗੇ, ਕਿਉਂਕਿ ਉਹਨਾਂ ਦੇ ਇੱਕ ਕਾਫੀ ਪਰਮੇਸ਼ਰ ਨੇ ਉਹਨਾਂ ਨੂੰ ਇਹ ਬੁੱਧੀ ਦਿੱਤੀ ਸੀ। ਔਰ ਸਾਨੂੰ ਇਸ ਤਰ੍ਹਾਂ ਦੇ ਜੋ ਬੁੱਧੀਮਾਨ ਹਨ ਉਹਨਾਂ ਦੀ ਹਮੇਸ਼ਾ ਹੀ ਜਿਹੜਾ ਘਾਟਾ ਹੈ ਉਹ ਸਾਨੂੰ ਭਾਸਦਾ ਰਹੇਗਾ, ਕਿਉਂਕਿ ਅਸੀਂ ਉਹਨਾਂ ਤੋਂ ਕਾਫੀ ਕੁਝ ਹੋਰ ਸਿੱਖਣਾ ਸੀ। ਤੇ ਸਾਫ਼ ਲਿਖਿਆ ਹੈ ਕਿ spent his entire life preaching ਗੁਰਬਾਣੀ grammar and guiding new learners about it। ਤੇ ਮੇਰਾ ਵੀ ਇਹ ਵਿਸ਼ਾ ਰਹਿੰਦਾ ਹੈ ਗੁਰਬਾਣੀ ਗ੍ਰਾਮਰ ਦਾ, ਉਸ ਕਰਕੇ ਮੇਰੀ ਉਹਨਾਂ ਨਾਲ ਸਾਂਝ ਸੀ। ਸੋ ਇੱਕ ਸੈਮੀਨਾਰ ਜਾਂ ਕੋ ਵੈਬਨਾਰ ਵੀ ਆਰਗੇਨਾਈਜ਼ ਕੀਤਾ ਗਿਆ ਸੀ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ। ਇਹ ਹੋ ਚੁੱਕਿਆ ਹੈ 21 ਮਈ ਨੂੰ ਸ਼ਾਮ ਦੇ ਸਮੇਂ ਸੀ, ਪਰ ਸਾਡਾ ਸਮੇਂ ਦਾ ਫਰਕ ਹੋਣ ਕਰਕੇ ਮੈਂ ਇਸ ਤੇ ਨਹੀਂ ਜਾ ਸਕਿਆ। ਪਰ ਜੋ ਕੋਆਰਡੀਨੇਟਰ ਨੇ ਪ੍ਰੋਫੈਸਰ ਅਮਰ ਸਿੰਘ ਜੀ, ਉਹਨਾਂ ਦੀ ਬੇਨਤੀ ਜੀ ਨਾਲ ਕਾਫੀ ਸਾਂਝ ਸੀ, ਕਿਉਂਕਿ ਇਹ ਵੀ ਜਿੰਨੀਆਂ ਪੁਰਾਤਨ ਬੀੜਾਂ ਹਨ ਉਹਨਾਂ ਦੀ ਸਕੈਨਿੰਗ ਕਰਕੇ ਉਹਨਾਂ ਨੂੰ ਕਿਹੜੀ ਕਿਹੜੀ ਕੈਟੇਗਰੀ 'ਚ ਨੇ ਉਹਨਾਂ ਦੇ ਬਾਰੇ ਇਹ ਸਭ ਨੂੰ ਸਾਂਝ ਪਾਉਂਦੇ ਨੇ। ਉਹਨਾਂ ਦੀ ਕਿਤਾਬ ਹੈ ਉਹ ਕਦੇ ਵੀ ਆ ਸਕਦੀ ਹੈ, ਜਿਹਦੇ ਵਿੱਚ ਕਿ ਜੋ ਹੱਥ ਲਿਖਤ ਬੀੜਾਂ ਹਨ ਉਹਨਾਂ ਦਾ ਕਾਫੀ ਵਿਸਤਾਰ ਹੈ। ਤੇ ਇੱਕ ਸ਼ਬਦ ਆਪਾਂ ਬੇਦੰਤੀ ਕਿਉਂਕਿ ਕਹਿੰਦੇ ਰਹੇ ਹਨ ਰੂਪ ਜਥੇਦਾਰ ਜੀ ਨੂੰ, ਤੇ ਵੇਦੰਤਾ ਦਾ ਜੋ ਅਰਥ ਗੁਰਮਤ ਵਿੱਚ ਆਪਾਂ ਨੂੰ ਸਮਝ ਪੈਂਦੀ ਹੈ ਕਿ ਵੇਦ ਦਾ ਅੰਤ ਹੈ। ਜਦ ਕਿ ਜੋ ਸੰਸਕ੍ਰਿਤ ਵਾਲੇ ਨੇ ਉਹ ਇਸ ਨੂੰ ਕੁਛ ਹੋਰ ਪੱਖੋਂ ਲੈਂਦੇ ਨੇ। ਉਹ ਕਹਿੰਦੇ ਨੇ ਕਿ ਜਿਹੜੇ ਵੇਦ ਤੋਂ ਅੱਗੇ ਕਮੈਂਟਰੀਜ਼ ਹੈ, ਜੋ ਉਹਨਾਂ ਦਾ ਸਾਰ ਹੈ ਉਹ ਉਪਨਿਸ਼ਦ ਹੈ। ਪਰ ਇਸ ਤਰ੍ਹਾਂ ਦਾ ਜੇ ਆਪਾਂ ਸ਼ਰੂਤੀ ਦੇ ਪੱਖੋਂ ਦੇਖੀਏ ਤੇ ਵੇਦ ਜੋ ਹੈ ਉਹਦਾ ਅੱਗੇ ਵਿਸਤਾਰ
जो ਉਹਦਾ ਸਾਰ ਤਾਂ ਹੋ ਹੀ ਨਹੀਂ ਸਕਦਾ, ਉਹ ਤਾਂ ਆਪਣੇ ਆਪ 'ਚ ਸਾਰ ਹੈ। ਪਰ ਕੁਛ ਜਿਹੜੇ ਟੀਕਾਕਾਰ ਹਨ ਉਹਨਾਂ ਦਾ ਮੰਨਣਾ ਹੈ ਕਿ ਉਪਨਿਸ਼ਦ ਜੋ ਹੈ ਉਹ ਵੀ ਕਾਫੀ ਉੱਚੇ ਪੱਧਰ ਦੀ ਰਚਨਾ ਹੈ। ਤਾਂ ਵੇਦ ਜੋ ਹੈ, ਵੇਦ ਤੋਂ ਵੇਦੰਤਾ ਤਾਂ ਬਣਿਆ ਕਿ ਵੇਦ ਜੋ ਸ਼ਰੂਤੀ ਹੈ ਉਸ ਸਮੇਂ ਸ਼ਰੂਤੀ ਨਹੀਂ ਸੀ, ਉਹ ਜੋ ਸਿਮਰਤੀ ਹੈ ਉਹਦੇ ਸਿਰ ਤੇ ਜੋ ਸਿਮਰਤ ਸ਼ਾਸਤਰ ਲਿਖੇ ਜਾਂਦੇ ਸੀ ਉਹਨਾਂ ਨੂੰ ਵੇਦ ਕਹਿਣਾ ਸ਼ੁਰੂ ਕਰਤਾ ਸੀ, ਉਹਨਾਂ ਨੂੰ ਵੇਦੰਤਾ ਜਾਂ ਉਪਨਿਸ਼ਦ। ਸੋ ਇਹ ਪੱਖ ਵੀ ਸਾਨੂੰ ਸਾਫ਼ ਹੋਣਾ ਚਾਹੀਦਾ ਹੈ। ਜੋ ਉਹਨਾਂ ਨੇ ਮੈਨੂੰ ਜੋਗਿੰਦਰ ਸਿੰਘ ਜੀ ਵੇਦੰਤੀ, ਉਹਨਾਂ ਨੇ ਜੋ ਮੈਨੂੰ ਸਮਝਾਇਆ ਸੀ ਉਹ ਕੁਛ ਜੋ ਗੱਲਾਂ ਹੋਈਆਂ, ਉਹਨਾਂ ਚੋਂ ਇੱਕ ਗੱਲ ਹੋਈ ਸੀ ਕਿ ਗੁਰਬਾਣੀ ਵਿੱਚ ਜਿੱਥੇ ਰਹਾਉ ਦੀਆਂ ਪੰਕਤੀਆਂ ਆਉਂਦੀਆਂ ਨੇ ਉੱਥੇ ਲਿਖਣ 'ਚ ਉਕਾਈ ਹੈ। ਉਹ ਉਕਾਈ ਵੀ ਆਪਾਂ ਦੇਖ ਲੈਂਦੇ ਹਾਂ। ਇੱਕ ਭਾਈ ਕਾਹਨ ਸਿੰਘ ਜੀ ਨਾਭਾ ਜੀ ਦਾ ਲਿਖਿਆ ਹੋਇਆ ਕਿ ਗੁਰਬਾਣੀ 'ਚ ਜੋ ਸੰਗਿਆ ਹੈ ਰਹਿਣ ਦਾ ਭਾਵ ਸਥਿਤ, ਇਹ ਸ਼ਬਦ ਰਹਾਉ ਇਸ ਭਾਉ 'ਚ ਵੀ ਆਉਂਦਾ ਹੈ। ਗੁਰਮਤਿ ਸਾਚ ਰਹਾਉ ਇਹ ਟੈਕਸਟ 'ਚ ਵੀ ਆਉਂਦਾ ਹੈ। ਤੇ ਐਜ਼ ਏ ਸਾਨੂੰ ਇੱਕ ਹੈਡਿੰਗ ਜਿੱਥੇ ਕਿ ਸ਼ਬਦ ਦੀ ਆਪਾਂ ਪਾਠ ਦੀ ਧਾਰਨਾ ਜਾਂ ਟੇਕ ਸਥਾਈ ਜਿਨ੍ਹਾਂ ਨੇ ਗਾਉਣਾ ਹੁੰਦਾ ਹੈ ਉਹਨਾਂ ਵਾਸਤੇ ਇਹ ਮੰਨਿਆ ਗਿਆ ਹੈ ਕਿ ਇਹ ਉਪਦੇਸ਼ ਹੈ ਕਿ ਉਹ ਉਸ ਨੂੰ ਸਥਾਈ ਬਣਾਉਣ ਔਰ ਉਸ ਤੋਂ ਅੱਗੇ ਪਿੱਛੇ ਜੋ ਵੀ ਉਹ ਪੜ੍ਹਨਾ ਹੈ ਉਹ ਉਸ ਸਥਾਈ ਉਸੇ ਤੁਕ ਨੂੰ ਰੱਖਣ। ਤੇ ਇਹਨਾਂ ਦਾ ਇਹ ਵੀ ਦੱਸਣਾ ਹੈ ਕਿ ਸੰਪਰਦਾਇ ਗਿਆਨੀ ਆਖਦੇ ਹਨ ਕਿ ਸਾਰੇ ਸ਼ਬਦ ਦਾ ਸਿਧਾਂਤ ਤੇ ਕੇਂਦਰੀ ਖਿਆਲ ਰਹਾਉ ਦੀ ਤੁਕ ਵਿੱਚ ਹੁੰਦਾ ਹੈ। ਇੱਕ ਉਹਨਾਂ ਨੇ ਜੋ ਆਪਾਂ ਨੂੰ ਇਸ਼ਾਰਾ ਦਿੱਤਾ ਹੈ ਇਹ ਰਾਮਕਲੀ ਕੀ ਵਾਰ ਮਹੱਲਾ ਤੀਜਾ ਦੀ ਹੈ। ਰਾਮਕਲੀ ਕੀ ਵਾਰ ਮਹੱਲਾ ਪਹਿਲਾ, ਪਰ ਇਹ ਸ਼ਲੋਕ ਜੋ ਹੈ ਤੀਜੀ ਪਾਤਸ਼ਾਹ ਦਾ ਹੈ। ਆਪੇ ਵੇਖੇ ਸੁਣਿਆ ਆਪ ਗੁਰ ਸ਼ਬਦ ਦੀ ਧਿਆਈ, ਇੱਥੇ ਜੋ ਹੈ ਇਹ ਪਹਿਲੀ ਪੌੜੀ ਦੀ ਸਮਾਪਤੀ ਹੈ ਪਰ ਉਸ ਤੋਂ ਬਾਅਦ ਰਹਾਉ ਦਾ ਬੰਦ ਹੈ। ਔਰ ਇਹ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਵਾਰ 'ਚ ਰਹਾਉ ਦਾ ਬੰਦ ਹੈ ਕਿਤੇ। ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਤੇ ਕੁਛ ਜਿਹੜੀਆਂ ਸੰਪਰਦਾਵਾਂ ਜਦੋਂ ਰਾਮਕਲੀ ਕੀ ਵਾਰ ਮਹੱਲਾ ਪਹਿਲਾ ਪੜ੍ਹਦੀਆਂ ਨੇ ਉਹਨੂੰ ਉਹ ਦੁਬਾਰਾ ਇਹ ਪੰਕਤੀ ਹਰੇਕ ਪੌੜੀ ਦੇ ਸਮਾਪਤ ਹੋਣ ਤੇ ਪੜ੍ਹਦੀਆਂ ਨੇ ਕਿਉਂਕਿ ਉਹਨਾਂ ਨੂੰ ਦੱਸਿਆ ਹੋਇਆ ਕਿ ਰਹਾਉ ਜੋ ਹੈ ਉਹ ਕੇਂਦਰੀ ਭਾਵ ਹੈ। ਸੋ ਹਰੇਕ ਪੌੜੀ ਦੀ ਸਮਾਪਤੀ ਤੇ ਉਹੀ ਪੰਕਤੀ ਪੜ੍ਹਦੇ ਹਨ, ਉਹਨਾਂ ਦਾ ਇਹ ਮਤ ਹੈ। ਸੋ ਹੁਣ ਆਪਾਂ ਜੋ ਉਹਨਾਂ ਨੇ ਆਪਾਂ ਨੂੰ ਸਮਝਾਇਆ ਉਹਨੂੰ ਥੋੜਾ ਜਿਹਾ ਵਿਸਤਾਰ 'ਚ ਆਪਾਂ ਸਮਝ ਲੈਂਦੇ ਹਾਂ। ਇਹ ਇੱਕ ਪੰਕਤੀ ਹੈਗੀ ਹੈ ਸ੍ਰੀ ਰਾਗ ਮਹੱਲਾ ਤੀਜਾ। ਇਹ ਪੰਕਤੀ ਰਹਾਉ ਦੀ ਹੋਈ ਹੈ ਪਰ ਇਹਦੇ ਵਿੱਚ ਰਹਾਉ ਐਜ਼ ਏ ਮੇਨ ਟੈਕਸਟ ਵੀ ਆਉਂਦਾ। ਭਾਈ ਰੇ ਗੁਰਮਤਿ ਸਾਚੀ ਰਹਾਉ, ਰਹਾਉ ਹੋਣਾ ਚਾਹੀਦਾ ਕਿ ਮੈਂ ਗੁਰਮਤਿ ਦੇ ਥਰੂ ਹੀ ਸੱਚ ਦੇ ਨਾਲ ਦੇ ਵਿੱਚ ਟਿਕਿਆ ਹੋਇਆ, ਕਿਉਂਕਿ ਇਹ ਪਰਸਨਲ ਜਾਂ ਤੁਸੀਂ ਕਹੋ ਫਸਟ ਪਰਸਨ 'ਚ ਲੱਗਦਾ ਹੈ। ਸਾਚੋ ਸੱਚ ਕਮਾਵਣਾ ਸਾਚੇ ਸ਼ਬਦੀ ਮਿਲਾਉ, ਮੈਂ ਸੱਚੇ ਸ਼ਬਦ ਵਿੱਚ ਮਿਲਿਆ ਹੋਇਆ ਹਾਂ। ਸੋ ਇੱਥੇ ਜੋ ਰਹਾਉ ਹੈ ਉਸ ਤੋਂ ਪਹਿਲਾਂ ਆਪਾਂ ਜੇ ਦੇਖੀਏ ਇੱਕ ਅੱਖਰ ਲਿਖਿਆ ਹੋਇਆ ਹੈ ਗਿਣਤੀ ਦਾ। ਸੋ ਇਹ ਇੱਕ ਨੇਮ ਹੈ ਗੁਰਬਾਣੀ ਦਾ। ਜਿੱਥੇ ਵੀ ਆਪਾਂ ਜੇ ਆਪਾਂ ਛਾਪੇ ਵਾਲੀ ਬੀਟ 'ਚ ਦੇਖਦੇ ਹਾਂ ਕਿ ਆਪਾਂ ਨੂੰ ਇੱਕ ਜੋ ਹੈ ਰਹਾਉ ਤੋਂ ਪਹਿਲਾਂ ਅੰਕ ਮਿਲਦਾ ਹੈ। ਪਰ ਕੁਛ ਜਗ੍ਹਾ ਇਹ ਖੋਜ ਹੈ ਵੇਦੰਤੀ ਜੀ ਦੀ ਕਿ ਰਹਾਉ ਦੀਆਂ 200 ਤੋਂ ਵੱਧ ਕੁਛ ਇਸ ਤਰ੍ਹਾਂ ਦੀਆਂ ਵੀ ਪੰਕਤੀਆਂ ਦਰਜ ਹੋਈਆਂ ਜੋ ਆਪਣੇ ਕੋਲ ਛਾਪੇ ਵਾਲੀ ਬੀੜ ਹੈ ਜਿਹਦੇ ਵਿੱਚ ਕਿ ਇੱਕ ਨਹੀਂ ਦਿਖਦਾ, ਇੱਕ ਮਿਸਿੰਗ ਹੈ, ਰਹਾਉ ਹੈ। ਸੋ ਇੱਥੇ ਆਪਣੇ ਕੋਲ ਜੋ ਹੈ ਉਹ ਇੱਕ ਹੈ। ਇਹ ਇੱਕ ਜੋ ਜ਼ਿਆਦਾਤਰ ਇਹੀ ਦਰਜ ਹੈ ਪਰ 257 ਜਗ੍ਹਾ ਇਸ ਤਰ੍ਹਾਂ ਵੀ ਦਰਜ ਹੋਇਆ। ਉਹਨਾਂ ਦਾ ਇਹ ਮਤ ਸੀ ਕਿ ਆ ਜੋ ਇੱਕ ਹੈ ਇਹ ਛਾਪੇ ਦੀ ਮਿਸਪ੍ਰਿੰਟਿੰਗ ਹੈ, ਹੱਥ ਲਿਖਤਾਂ 'ਚ ਇਹ ਨਹੀਂ ਹੈ। ਤੇ ਇਹਨਾਂ ਨੂੰ ਆਪਾਂ ਨੂੰ ਉਹ ਇਸ ਤੇ ਕੰਮ ਕਰਦੇ ਸੀ। ਹੁਕਮ ਪਛਾਣ ਤਾਂ ਖਸਮੇ ਮਿਲਣਾ, ਕੁਝ ਸ਼ਬਦਾਂ ਵਿੱਚ ਰਹਾਉ ਦੂਜਾ ਵੀ ਆਉਂਦਾ ਹੈ। ਇਹ ਸ੍ਰੀ ਰਾਗ ਵਿੱਚ ਤੇ ਆਪਾਂ ਨੂੰ ਤਿੰਨੇ ਚੀਜ਼ਾਂ ਲੱਭ ਜਾਂਦੀਆਂ ਹਨ ਕਿ ਇੱਕ ਰਹਾਉ ਵਾਲੀ ਪੰਕਤੀ ਹੈ ਜਿਹਦੇ 'ਚ ਸਹੀ ਇੱਕ ਲਿਖਿਆ ਹੋਇਆ, ਦੂਸਰਾ ਹੈਗਾ ਕਿ ਉਹਦੇ ਵਿੱਚ ਇੱਕ ਕਿਤੇ ਅਮਿਟ ਹੋ ਗਿਆ ਹੈ, ਤੇ ਤੀਸਰਾ ਹੈ ਕਿ ਜਦੋਂ ਵੀ ਰਹਾਉ ਦੂਜਾ ਆਉਂਦਾ ਉਸ ਤੋਂ ਪਹਿਲਾਂ ਵੀ ਇੱਕ ਆਪਾਂ ਨੂੰ ਇਸ਼ਾਰੇ ਵਜੋਂ ਲਿਖਿਆ ਹੋਇਆ ਹੈ। ਸੋ ਇਹ ਉਹਨਾਂ ਹਿਸਾਬ ਨਾਲ ਜੋ ਸਹੀ ਨਿਯਮ ਇਹੀ ਹੈ
दूसरी जिथे जिथे होर किते ये शब्द आ रहा रहाओ ਆਪਾਂ ਉਹਦੀ भी खोज करने की कोशिश की है। ਇਹਦੇ ਲਈ काफ़ी टाइम लगता है क्योंकि जिथे भी रहाओ आउंदा है ਆਪਾਂ ਇੱਥੇ देखिए कि ਇਹਦੇ ਮੂਰੇ ਇੱਕ आ रहा है, भाव कहण ਦਾ दो फुल स्टॉप आ रहे ने। ਤੇ ਜੇ ਆਪਾਂ ਇਹਨੂੰ ਵੀ ਖੋਜਣ ਦੀ ਕੋਸ਼ਿਸ਼ ਕਰੀਏ ਰਹਾਓ ਸ਼ਬਦ ਨੂੰ ਤੇ ਇਹ ਇਸ ਤਰ੍ਹਾਂ ਹੀ ਲੱਗਦਾ ਕਿ ਜਿਵੇਂ ਇਹ ਸ਼ਬਦ ਦੂਸਰੇ ਰਹਾਓ ਵਾਂਗੂ ਹੋਵੇ। ਸੋ ਇਹਨੂੰ ਕਿਸੇ ਦੀ ਮਦਦ ਨਾਲ ਆਪਾਂ ਨਖੇੜਨ ਦੀ ਕੋਸ਼ਿਸ਼ ਕੀਤੀ ਹੈ ਔਰ ਇਹੀ ਜੋ ਆਪਾਂ ਅੱਜ ਕੱਲ੍ਹ ਆਪਣੀ ਟੈਕਨੀਕ ਵਰਤਦੇ ਹਾਂ, ਜਿਹੜਾ ਟੈਕਸਟ ਟੈਕਨੋਲੋਜੀ ਆਪਣੇ ਕੋਲ ਅਵੇਲੇਬਲ ਹੈ ਕਿ ਸਾਰੀ ਜੋ ਆਪਣੇ ਕੋਲ ਰਚਨਾ ਹੈ ਬੀੜ ਹੈ ਉਹ ਡਿਜੀਟਾਈਜ਼ ਹੋ ਚੁੱਕੀ ਹੈ। ਉਹਦੇ ਚੋਂ ਇਹ ਲੱਭਣਾ ਕਾਫੀ ਸੌਖਾ ਹੈ। ਜੇ ਕੋਈ ਵੈਸੇ ਲੱਭੇ ਇੱਕ ਜਗ੍ਹਾ ਸ੍ਰੀ ਰਾਗ ਵਿੱਚ ਆਇਆ ਹੈ, ਦੂਸਰੀ ਜਗ੍ਹਾ ਸੂਹੀ ਰਾਗ ਵਿੱਚ ਆਇਆ ਹੈ, ਕਿੰਨਾ ਫਰਕ ਹੈ, ਲਗਭਗ 700 ਪੰਨਿਆਂ ਵਿੱਚ ਉਹ ਰਹਾਓ ਟੈਕਸਟ ਵਿੱਚ ਨਹੀਂ ਆ ਰਿਹਾ, ਸਿਰਫ ਐਜ਼ ਏ ਪੰਕਤੀ ਦਾ ਜੋ ਅਸਥਾਈ ਹੈ ਉਹਦੇ ਇਸ਼ਾਰੇ ਵਜੋਂ ਆ ਰਿਹਾ ਹੈ। ਤੇ ਇਸ ਤਰ੍ਹਾਂ ਹੀ ਫਿਰ ਉਸ ਤੋਂ ਅੱਗੇ ਫਿਰ ਗੈਪ ਹੈ, ਫਿਰ 1100 ਤੇ 89 ਤੇ ਰਹਾਓ ਆਉਂਦਾ ਹੈ ਜਿਹੜਾ ਕਿ ਜਿਉਂ ਤੂੰ ਰੱਖੇ ਤਿਵੇਂ ਰਹਾਓ। ਇੱਥੇ ਵੀ ਹੈ ਕਿ ਮੈਂ ਉਸੇ ਹੀ ਅਵਸਥਾ ਵਿੱਚ ਰਹਿੰਦਾ ਹਾਂ, ਇਹ ਇੱਕ ਵਰਬ ਦੀ ਫਾਰਮ ਲੱਗਦੀ ਹੈ। ਸਦਾ ਸੱਚੇ ਕੇ ਗੁਣ ਗਾਵਾਂ ਭਾਈ, ਸਦਾ ਸੱਚੇ ਕੇ ਸੰਗ ਰਹਾਉ, ਕਿ ਮੈਂ ਟਿਕਿਆ ਹੋਇਆ ਟਿਕਾਓ ਦਾ ਇਹਦਾ ਅਰਥ ਬਣਦਾ ਲੱਗਦਾ ਹੈ। ਤੇ ਇੱਕ ਜਗ੍ਹਾ ਇਹਦੀ ਫਾਰਮ ਹੈਗੀ ਹੈ ਜਿਹੜਾ ਪਿੰਗਲਾ ਔਰ ਸੁਖਮਨਾ ਪੌਣੇ ਬੰਦ ਰਹਾਉ ਗੋ, ਇਹ ਭਗਤ ਨਾਮ ਜੀ ਦਾ ਸ਼ਬਦ ਹੈ। ਇਹਦੇ ਵਿੱਚ ਸਾਰੀ ਜੋ ਰਾਈਮ ਹੈ ਉਹ ਇਸ ਤਰ੍ਹਾਂ ਹੀ ਚੱਲਦੀ ਹੈ। ਉਹ ਅੱਜ ਆਪਾਂ ਇਹਦਾ ਜੇ ਵੇਰਵਾ ਕਰੀਏ ਆਪਣੀ ਕੰਪਿਊਟਰ ਐਨਾਲਿਸਿਸ ਦੇ ਥਰੂ, ਜਿਹਨੂੰ ਆਪਾਂ ਟੈਕਸਟ ਐਨਾਲਿਸਿਸ ਕਹਿੰਦੇ ਆ, ਰਹਾਓ 2685 ਵਾਰ ਆਇਆ ਤੇ ਜੇ ਰਹਾਓ ਆਪਾਂ ਉਸ ਨਾਲ ਫੁੱਲ ਸਟਾਪ ਲਾਈਏ ਤੇ ਉਹ 25 ਵਾਰ ਘਟ ਜਾਂਦਾ, ਇੱਥੇ ਉਹ 2660 ਵਾਰ ਮਿਲਦਾ ਆਪਾਂ ਨੂੰ। ਉਸ ਤੋਂ ਅਗਲਾ ਜੋ ਹੈ ਉਹ ਜੋ ਅਸਲੀ ਰਹਾਓ ਆਪਾਂ ਕਹਿੰਦੇ ਆ ਕਿ ਜਿਵੇਂ ਲਿਖਿਆ ਹੋਇਆ ਹੈ, ਇੱਕ ਪਹਿਲਾਂ ਹੈ ਗਿਣਤੀ ਦਾ ਅੰਕ ਹੈ, ਫਿਰ ਰਹਾਓ ਹੈ, ਉਹ 2398 ਵਾਰ ਜੋ ਛਾਪੇ ਵਾਲੀ ਬੀੜ ਹੈ ਉਹਦੀ ਆਪਾਂ ਗੱਲ ਕਰਦੇ ਹਾਂ, ਜਿਹਦੇ ਵਿੱਚ ਕਿ 1430 ਪੰਨੇ ਹਨ। ਤੇ ਇਸ ਤਰ੍ਹਾਂ ਹੀ ਰਹਾਓ ਬਿਨਾਂ ਉਸ ਤੋਂ ਆਪਾਂ ਨੂੰ 257 ਮਤਲਬ 257 ਵਾਰੀ ਮਿਲਦਾ ਹੈ। ਤੇ ਰਹਾਓ ਦੂਜਾ ਜੋ ਹੈ ਉਹ ਆਪਾਂ ਨੂੰ 25 ਜਗ੍ਹਾ ਰਹਾਓ ਦੂਜਾ ਦਰਜ ਹੋਇਆ ਮਿਲਦਾ ਹੈ। ਇਹ ਇੱਕ ਸ਼ਬਦ ਜਿਹੜਾ ਹੈ ਜਦੋਂ ਮੈਂ ਉਹਨਾਂ ਨੂੰ ਮਿਲਿਆ ਸੀਗਾ 2013 ਵਿੱਚ, ਉਸ ਸਮੇਂ ਉਹਨਾਂ ਨੇ ਮੈਨੂੰ ਇਹ ਸਮਝਾਇਆ ਸੀ ਕਿ ਇਹ ਇੱਕ ਕਬੀਰ ਜੀ ਦਾ ਸ਼ਬਦ ਹੈ। ਇਹਦੇ ਵਿੱਚ ਆਉਂਦਾ ਹੈ ਸ਼ਬਦ ਮਤ। ਇਹ ਮਤ ਸ਼ਬਦ ਦੀਆਂ ਡਿਫਰੈਂਟ ਫਾਰਮਸ 'ਚ ਕਰੈਕਸ਼ਨ ਹੋਣ ਦੀ ਲੋੜ ਹੈ, ਇਹ ਉਹਨਾਂ ਦੀ ਖੋਜ ਹੈ। ਸੋ ਮੈਂ ਹੂ ਬਹੂ ਆਪ ਨਾਲ ਸਾਂਝੀ ਕਰ ਲੈਂਦਾ ਹਾਂ। ਇਹ ਸ਼ਬਦ ਹੈ ਸੁਰ ਹੈ ਕਿ ਜੈਸੀ ਤੇਰੀ ਚਾਲ, तेरी पुंछड़ ऊपर चमकबाल, इस घर में है सो तू ढूंढ खाए, और किसी के तू मत ही जाए। हुण इत्थे जिहड़ा मत है लिखिया होया इस तरह है, उन्होंने मैनूं दस्सिया कि ਇਹਦੀ सही लिखाई ये है कि ये निषेध च आउंदा है, ना कि ये बुद्धि वास्ते आउंदा है। ते दूसरी जगह यही शब्द जो है आपां नूं चाकी चाटे चून खाए, चाकी का चीथड़ा कहाँ ले जाए, छीके पर तेरी बहुत डीठ मत, ये ठीक है। लकड़ी सोटा तेरी परे पीठ। ते उस तो अगे फिर जो चौथा बंद है, कह कबीर भोग भलो कीन मत। ये भी इत्थे उन्होंने दस्सिया कि ये पाठंतर है, इत्थे मत आ लिखना चाहिए सी, को मारे ईंट टेम। ਤੇ ਉਸ ਤੋਂ ਅੱਗੇ ਹੋਰ ਵਿਸਤਾਰ ਵੀ ਆਪਾਂ ਕਰ ਲੈਂਦੇ ਹਾਂ ਕਿ ਕੁਛ ਜਿਹੜੇ ਸ਼ਬਦ ਆ ਵੀ ਉਹਨਾਂ ਨੇ ਮੈਨੂੰ ਦੱਸਿਆ ਕਿ ਇਹ ਸਭ ਤੋਂ ਪਹਿਲਾ ਸ਼ਬਦ ਸ੍ਰੀ ਰਾਗ ਵਿੱਚ ਹੈ, ਇੱਥੇ ਜੋ ਮਤ ਲਿਖਿਆ ਉਹ ਸਹੀ ਹੈ। ਤੇ ਅੱਗੇ ਜੋ ਮਤ ਮਸਤੀ ਵਾਸਤੇ ਆਉਂਦਾ ਹੈਗਾ ਉਹ ਆ ਪੰਕਤੀ ਹੈ, ਮਨ ਮੈਂ ਮਤ ਮੈਗਲ ਮਿਕਦਾਰਾ, ਇਹ ਇੱਥੇ ਮਸਤ ਵਾਸਤੇ ਆਉਂਦਾ ਹੈਗਾ। ਤੇ वेद पुराण सभे मत सुन के करी कर्म की आशा, ये जो भगत कबीर जी की पंक्ति है, इत्थे भी इत्थे जो है इस मत की जगह आ मत सही सी, इत्थे भी पाठंतर हैगा क्योंकि मत सुन के हैगा, ना सुन के नहीं है।
जो मत च लिखिया होया वो सुनना है। तो इस तरह ही फरीद जी के श्लोकों में भी फरीदा मैं भुलावा पग दा, ये पग नहीं है, आपां इहनूं पग समझते हैं, ये पग है जिन्हों आपां पैर कहते हैं। पंकज मोह पग नहीं चल, ये पग है, आपां इहनूं पग पढ़ते हैं, टरबन की सेंस च नहीं है। मत मैली हो जाए कि जो असी सोचते हैं कि शायद पग दे नाल मत का मतलब है, पर जो मैं गलत सोच धारी है ਉਹਦੇ ਨਾਲ मत मेरी मैली हुई हुई है। ਇੱਥੇ भी मत जो है जो औंकड़ वाला लिखा है उसकी जगह सिहारी वाला होना चाहिए जे आप इस नेम ਨੂੰ ਮੰਨਦੇ ਹਾਂ कि ਪ੍ਰਵਾਨਿਤ है। एक उन्होंने मैनू आ भी गल समझाई सी कि सतगुर मिलिए जिथे भी पंक्ति आएगी उत्थे हमेशा सतगुर ते सिहारी चाहिए है, मिलिए ते सानू दलां चाहिए है। पर हरेक जगह इस तरह नहीं है, काफ़ी जगह सतगुर ते नहीं हैगी सिहारी, वो कहने हथ लिखतां विच है। सो अपना ये भी टॉपिक रहेगा कि जिन्नी क आपां इस गल की समझ नूं अगे लेके चलांगे ते उन्हां नाल मेरी सांझ सी। मैं चाहुंदा सी कि अज जो असीं उन्हां तो भी सिੱਖਿਆ है वो एक तरह की साडे नाल उन्हां दी जो सानू सिੱਖਿਆ मिली है जो उन्हां तो ਉਹਨੂੰ ਅਸੀਂ ਆਪਣੇ ਨਾਲ ਲੈ ਕੇ ਚੱਲਾਂਗੇ। ਇਸ ਜੋ ਹੈਗਾ ਕਿਸ਼ਤ ਦੀ ਆਪਾਂ ਇੱਥੇ ਹੀ ਸਮਾਪਤੀ ਕਰਾਂਗੇ ਤੇ ਅੱਗੇ ਫਿਰ ਆਪਾਂ ਹੁਣ ਆ ਜੋ ਆਪਣੀ ਪੰਕਤੀ ਹੈ ਭੰਡ ਮੂਆ ਭੰਡ ਭਾਲੀਏ ਉਹਨੂੰ ਆਪਾਂ ਅੱਗੇ ਲੈ ਕੇ ਚੱਲਾਂਗੇ। ਇੱਥੇ ਆਪਾਂ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।